ਭਿਆਨਕ ਅੱਗ ਦਾ ਕਹਿਰ, 27 ਲੋਕਾਂ ਦੀ ਮੌਤ। ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੀ ਮਦਦ ਦਾ ਐਲਾਨ। ਅੱਜ ਪੰਜਾਬ ਆਉਣਗੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ। ਲੁਧਿਆਣਾ 'ਚ ਬੀਜੇਪੀ ਰੈਲੀ ਜ਼ਰੀਏ ਦਿਖਾਏਗੀ ਸਿਆਸੀ ਤਾਕਤ। ਬੀਜੇਪੀ ਦਫ਼ਤਰ ਤੋਂ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਤੱਕ ਪੈਦਲ ਜਾਣਗੇ ਜੇਪੀ ਨੱਡਾ। 1 ਜੂਨ ਤੋਂ ਹੀ ਹੋਣਗੀਆਂ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ। 31 ਮਈ ਤੱਕ ਬੱਚਿਆਂ ਨੂੰ ਜਾਣਾ ਪਵੇਗਾ ਸਕੂਲ। ਸਰਕਾਰ ਨੇ ਬਦਲਿਆ ਫੈਸਲਾ। 15 ਮਈ ਤੋਂ ਆਫਲਾਈਨ ਮੋਡ 'ਚ ਹੀ ਲੱਗਣਗੀਆਂ ਕਲਾਸਾਂ। ਧਰਮਸ਼ਾਲਾ 'ਚ ਵਿਧਾਨ ਸਭਾ ਦੇ ਗੇਟ ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ 'ਚ ਇੱਕ ਹੋਰ ਗ੍ਰਿਫਤਾਰੀ। ਪਰਮਜੀਤ ਨੂੰ ਹਿਮਾਚਲ ਪੁਲਿਸ ਨੇ ਰੋਪੜ ਤੋਂ ਕੀਤਾ ਗ੍ਰਿਫਤਾਰ। ਹਰਬੀਰ ਦੀ ਪਹਿਲਾਂ ਹੀ ਹੋ ਚੁੱਕੀ ਹੈ ਗ੍ਰਿਫਤਾਰੀ। ਮੋਹਾਲੀ ਹਮਲੇ 'ਚ ਡੀਜੀਪੀ ਦਾ ਵੱਡਾ ਖੁਲਾਸਾ। ਆਈਐਸਆਈ ਦੀ ਮਦਦ ਨਾਲ ਦਹਿਸ਼ਤਗਰਦਾਂ ਤੇ ਗੈਂਗਸਟਰਾਂ ਦੇ ਨੈਕਸਸ ਨੇ ਕੀਤਾ ਹਮਲਾ। ਹੁਣ ਤੱਕ 6 ਮੁਲਜ਼ਮ ਗ੍ਰਿਫਤਾਰ, 3 ਫਰਾਰ। ਬਰਗਾੜੀ ਬੇਅਦਬੀ ਨਾਲ ਜੁੜੇ 2 ਹੋਰ ਮਾਮਲਿਆਂ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਜ਼ਮਾਨਤ। ਫਰੀਦਕੋਟ ਅਦਾਲਤ ਨੇ ਦਿੱਤੀ ਰਾਹਤ। ਸਰੂਪ ਚੋਰੀ ਕੇਸ 'ਚ ਪਹਿਲਾਂ ਹੀ ਮਿਲੀ ਹੋਈ ਹੈ ਜ਼ਮਾਨਤ। ਪੀਡਬਲਿਊਡੀ ਦਾ ਨਿਗਰਾਨ ਇੰਜੀਨੀਅਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ ਸਸਪੈਂਡ। ਠੇਕੇਦਾਰ ਤੋਂ ਪੈਸੇ ਵਸੂਲਣ ਦਾ ਲੱਗਿਆ ਸੀ ਇਲਜ਼ਾਮ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੀਤੀ ਕਾਰਵਾਈ। ਐਕਸ਼ਨ 'ਚ ਸਿੰਜਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ। ਜਲਾਲਾਬਾਦ ਅਤੇ ਫਜ਼ਿਲਕਾ 'ਚ ਰਾਤ ਵੇਲੇ ਕੀਤਾ ਨਹਿਰਾਂ ਦਾ ਨਿਰੀਖਣ। ਪਾਣੀ ਦੀ ਚੋਰੀ ਕਰਨ ਵਾਲਿਆਂ ਦਾ ਪਤਾ ਲਾਉਣ ਲਈ ਕੀਤੀ ਰੇਡ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਟਵਾਰੀਆਂ ਨੇ ਵਾਧੂ ਸਰਕਲਾਂ ਦਾ ਛੱਡਿਆ ਚਾਰਜ। ਸਿਰਫ ਪੱਕੇ ਸਰਕਲਾਂ ਦਾ ਹੀ ਕਰਨਗੇ ਕੰਮ। ਨਵੀਂ ਭਰਤੀ ਦੀ ਕੀਤੀ ਮੰਗ। ਕਰਨਾਲ ਦੇ ਸਰਕਾਰੀ ਹਸਪਤਾਲ 'ਚ ਬੱਤੀ ਗੁੱਲ। 4 ਘੰਟੇ ਤੋਂ ਵੱਧ ਛਾਇਆ ਰਿਹਾ ਹਨੇਰਾ। ਜਨਰੇਟਰ ਵੀ ਨਹੀਂ ਕਰ ਰਿਹਾ ਸੀ ਕੰਮ। ਮਰੀਜ਼ਾਂ ਨੂੰ ਝੱਲਣੀ ਪਈ ਵੱਡੀ ਪਰੇਸ਼ਾਨੀ। सत श्री अकाल, मैं अर्शदीप संधू, न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं एक दर्दनाक खबर दे नाल। दिल्ली तो यह खबर है, दिल्ली दे विच अग दा तांडव नजर आया। दिल्ली दे मुंडका दे विच अग दा कहर इस कदर कि हादसे दे विच हुण तक 27 लोगों की मौत हो चुकी है। कई घंटियां दे बाद अग ते काबू पाया गया। सीसीटीवी फैक्ट्री दे विच भयानक अग लगी सी, जिस दे विच 27 लोगों की मौत हो चुकी है। राष्ट्रपति ते प्रधानमंत्री ने इस घटना ते दुख जाहिर किया है ते मृतकों के परिवारों नूं 2-2 ਲੱਖ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦੀ ਮਦਦ ਦਿੱਤੀ ਜਾਏਗੀ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਘਟਨਾ ਤੇ ਦੁੱਖ ਜਤਾਇਆ ਹੈ। ਫੈਕਟਰੀ ਦੇ ਦੋਵੇਂ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਦਿੱਲੀ ਦੀਆਂ ਇਹ ਤਸਵੀਰਾਂ ਨੇ, ਭਿਆਨਕ ਤਸਵੀਰਾਂ। ਸੀਸੀਟੀਵੀ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅੱਗ ਲੱਗ ਗਈ, ਜਿੱਥੇ 27 ਲੋਕਾਂ ਦੀ ਮੌਤ ਹੋ ਗਈ ਹੈ। ਇਸ ਭਿਆਨਕ ਹਾਦਸੇ ਦੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਹੈ। ਕਈ ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ, ਲੇਕਿਨ 27 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਨੇ ਇਸ ਘਟਨਾ ਤੇ ਦੁੱਖ ਜਤਾਇਆ ਹੈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਫੈਕਟਰੀ ਦੇ ਦੋਵੇਂ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। उधर बीजेपी प्रधान जेपी नड्डा आज पंजाब आउणगे। लुधियाना दे विच बीजेपी की रैली रखी गई है। रैली जरिए बीजेपी अपनी सियासी ताकत दिखाएगी। शहीद सुखदेव के जन्म स्थान से भी जेपी नड्डा जाणगे। बीजेपी दफ्तर तो जन्म स्थान तक पैदल जाणगे। लुधियाना दे विच बीजेपी की रैली रखी गई है। बीजेपी के कौमी प्रधान जेपी नड्डा आज पंजाब पहुंच रहे हैं। सियासी ताकत बीजेपी के वल्लों इस रैली जरिए दिखाई जाएगी ते शहीद सुखदेव के जन्म स्थान से भी जेपी नड्डा जाणगे। बीजेपी दफ्तर तो पैदल जन्म स्थान तक नड्डा ਜਾਂਦੇ ਅੱਜ ਦਿਖਾਈ ਦੇਣਗੇ। ਬੀਜੇਪੀ ਦੇ ਵੱਲੋਂ ਅੱਜ ਆਪਣੀ ਤਾਕਤ ਪੰਜਾਬ 'ਚ ਦਿਖਾਈ ਜਾਏਗੀ। ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਵੱਡੀ ਖਬਰ ਹੈ। 1 ਜੂਨ ਤੋਂ ਹੀ ਗਰਮੀ ਦੀਆਂ ਛੁੱਟੀਆਂ ਹੋਣਗੀਆਂ। 31 ਮਈ ਤੱਕ ਬੱਚਿਆਂ ਨੂੰ ਸਕੂਲ ਦੇ ਵਿੱਚ ਜਾਣਾ ਪਏਗਾ। ਆਫਲਾਈਨ ਮੋਡ ਦੇ ਵਿੱਚ ਹੀ ਕਲਾਸਾਂ ਲੱਗਣਗੀਆਂ। 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਆਨਲਾਈਨ ਕਲਾਸਾਂ ਵਾਲਾ ਫੈਸਲਾ ਸਰਕਾਰ ਨੇ ਵਾਪਸ ਲੈ ਲਿਆ। ਪਹਿਲਾਂ 15 ਮਈ ਤੋਂ 30 ਜੂਨ ਤੱਕ ਆਨਲਾਈਨ ਕਲਾਸਾਂ ਦਾ ਫੈਸਲਾ ਸੀ। ਪ੍ਰਾਇਮਰੀ ਸਕੂਲਾਂ ਲਈ 7 ਵਜੇ ਤੋਂ 11 ਵਜੇ ਤੱਕ ਕਲਾਸਾਂ ਲੱਗਣਗੀਆਂ। ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ 7 ਤੋਂ 12:30 ਵਜੇ ਤੱਕ ਕਲਾਸਾਂ ਲੱਗਣਗੀਆਂ। ਸਮਾਂ ਸੀਮਾ ਵੀ ਦਿੱਤੀ ਗਈ ਹੈ, ਲੇਕਿਨ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਹੈ। ਹੁਣ ਆਫਲਾਈਨ ਮੋਡ ਦੇ ਵਿੱਚ ਹੀ 31 ਮਈ ਤੱਕ ਕਲਾਸਾਂ ਲੱਗਣਗੀਆਂ, ਯਾਨੀ ਕਿ ਸਾਰੇ ਵਿਦਿਆਰਥੀਆਂ ਨੂੰ ਸਕੂਲ ਜਾਣਾ ਹੋਵੇਗਾ। 1 ਜੂਨ ਤੋਂ 30 ਜੂਨ ਤੱਕ ਹੀ ਛੁੱਟੀਆਂ ਹੋਣਗੀਆਂ।
ਸਿੱਖਿਆ ਮੰਤਰੀ ਮੀਤ ਹੇਰ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ ਕਿ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਪੁਰਜ਼ੋਰ ਮੰਗ ਦੇ ਚੱਲਦਿਆਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ 15 ਤੋਂ 31 ਮਈ 2022 ਤੱਕ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਅਤੇ ਗਰਮੀ ਦੀਆਂ ਛੁੱਟੀਆਂ 1 ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਿੱਖਿਆ ਮੰਤਰੀ ਮੀਤ ਹੇਰ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਹੁਣ 15 ਤੋਂ 31 ਮਈ ਤੱਕ ਸਕੂਲਾਂ ਦੇ ਵਿੱਚ ਆਫਲਾਈਨ ਮੋਡ ਦੇ ਵਿੱਚ ਹੀ ਕਲਾਸਾਂ ਲੱਗਣਗੀਆਂ ਤੇ ਗਰਮੀ ਦੀਆਂ ਛੁੱਟੀਆਂ 1 ਤੋਂ 30 ਜੂਨ ਤੱਕ ਹੋਣਗੀਆਂ। ਮੋਹਾਲੀ ਦੇ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲੇ ਦੇ ਮਾਮਲੇ ਦੇ ਵਿੱਚ ਡੀਜੀਪੀ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਹੈ ਕਿ ਦਹਿਸ਼ਤਗਰਦਾਂ ਤੇ ਗੈਂਗਸਟਰਾਂ ਦੇ ਨੈਕਸਸ ਦੇ ਵੱਲੋਂ ਇਹ ਹਮਲਾ ਸੀ। ਆਈਐਸਆਈ ਦੀ ਮਦਦ ਦੇ ਨਾਲ ਹਮਲਾ ਕੀਤਾ ਗਿਆ। ਹੁਣ ਤੱਕ 6 ਗ੍ਰਿਫਤਾਰ ਹੋ ਚੁੱਕੇ ਨੇ, 3 ਫਰਾਰ ਨੇ। ਹਮਲੇ ਤੋਂ ਪਹਿਲਾਂ ਰੈਕੀ ਕੀਤੀ ਗਈ। ਡੀਜੀਪੀ ਨੇ ਕਈ ਵੱਡੇ ਖੁਲਾਸੇ ਕੀਤੇ ਨੇ। ਇਸ ਮਾਮਲੇ ਦੇ ਵਿੱਚ 6 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। 6 ਜੋ ਇਸ ਮਾਮਲੇ ਦੇ ਵਿੱਚ ਸ਼ਾਮਿਲ ਸਨ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। 3 ਫਰਾਰ ਨੇ ਜੋ ਹਮਲਾਵਰ ਸਨ, ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ। ਉਹ 3 ਲੋਕ ਫਰਾਰ ਨੇ। ਹਮਲੇ ਤੋਂ ਪਹਿਲਾਂ ਰੈਕੀ ਵੀ ਕੀਤੀ ਗਈ ਹੈ। ਨਾਲ ਹੀ ਇਹ ਵੀ ਡੀਜੀਪੀ ਨੇ ਸਾਫ਼ ਕੀਤਾ ਕਿ ਦਹਿਸ਼ਤਗਰਦਾਂ ਤੇ ਗੈਂਗਸਟਰਾਂ ਦੇ ਨੈਕਸਸ ਵੱਲੋਂ ਹਮਲਾ ਕੀਤਾ ਗਿਆ, ਯਾਨੀ ਕਿ ਟੈਰਰਿਸਟ ਅਟੈਕ ਸੀ। Rinda and Landa, this axis. So we can see that BKI and gangster, ये जगह एक्सेस है इन्होंने मिलके किया है, एंड ऑफ कोर्स विद द बैकिंग ऑफ पाक ISI। नाउ निशान सिंह ने ही इन्हों एक RPG एक लोकेशन ते इनू दसिया सीगा लांडा ने उत्थों रिट्रीव करके इन बंदियां नू दिते, जो कि RPG बाद दे विच बरामद हुई है इंसीडेंट के बाद। ਮੋਹਾਲੀ ਹਮਲਾ ਪੂਰੀ ਪਲੈਨਿੰਗ ਦੇ ਨਾਲ ਕੀਤਾ ਗਿਆ। ਹਮਲੇ ਤੋਂ ਪਹਿਲਾਂ ਮੁਲਜ਼ਮਾਂ ਦੇ ਵੱਲੋਂ ਰੈਕੀ ਕੀਤੀ ਗਈ ਤੇ 3 ਮੁਲਜ਼ਮਾਂ ਵੱਲੋਂ ਇੰਟੈਲੀਜੈਂਸ ਦੇ ਹੈੱਡਕੁਆਰਟਰ ਤੇ ਲਾਂਚਰ ਨਾਲ ਰਾਕਟ ਦਾਗਿਆ ਗਿਆ। ਜਗਦੀਪ ਕੰਗ ਜਿਹੜਾ ਕਿ ਮੋਹਾਲੀ ਚ ਵੇਵ ਹਾਈਟ ਐਸਟੇਟ ਦੇ ਵਿੱਚ ਰਹਿੰਦਾ। ਜਗਦੀਪ ਸਿੰਘ ਕੰਗ तो वेव एस्टेट्स ठीक है, वेव एस्टेट्स उसके विच रहता है। सो नाउ ही प्रोवाइडेड द लोकल लॉजिस्टिक सपोर्ट एंड इन्हें रहने का भी जगह ठीक की। एंड फाइनली फॉर रैकी ऑफ द इंटेलिजेंस हेडक्वार्टर्स बिल्डिंग, चरत सिंह एंड जगदीप कांत, both of them visited during the daytime of 9th, and finally for the incident चरत सिंह और ਜਿਹੜੇ 2 ਬੰਦੇ ਬਾਹਰੋਂ ਆਏ ਸੀ, इन तीनों ਦਾ ये finally they executed the। ਮੋਹਾਲੀ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ 3 ਮੁਲਜ਼ਮ ਫਰਾਰ ਚੱਲ ਰਹੇ ਨੇ। We have arrested 6 people, and निशान सिंह क्योंकि दूसरे केस च अरेस्टेड है तो ही विल बी अरेस्टेड इन दिस केस ऑल्सो। ही इज इन कस्टडी ऑफ पुलिस ओनली। लेकिन ਜਿਹੜੇ ਅਸੀਂ ਅਰੈਸਟ ਕੀਤੇ हैं ਉਸ ਦੇ ਵਿੱਚ ਹੈ कंवर बाठ है, बलजीत कौर है, बलजिंदर रैम्बो है, एक आनंददीप सोनू है जो कि निशान दा ब्रदर इन लॉ है। ये इस दे नाल जदों एकोमोडेशन वगैरह ढूंढ रहे सी समान लभ तो ये नाल ही होंदा सी। ये अरेस्ट किया है। जगदीप कांग अरेस्ट किया है, एंड सो 5 हैव बीन अरेस्टेड, एंड निशान सिंह बिकॉज ही इज अरेस्टेड इन अदर केस and he is with Faridkot police, he will also be arrested the day his police custody is over in that case। दो जो सानू सीगा 2 बंदे सी for questioning वास्ते we have brought from Noida। We are still working on that, and their names are Mohammad Naseem Alam and Mohammad Sharaf Raj। We are still working on them,
मोहम्मद लसीम आलम है सेकंड नसीब आलम and मोहम्मद शरफराज Naseem NASIM. So they are from Bihar and we got it from them. नसीम आलम और शरफराज हाँ राज हाँ तो ये ਜਿਹੜੇ ਦੋ हैं ਇਸ ਦੇ ਉੱਤੇ ਵੀ ਆਰ ਸਟਿਲ ਵਰਕਿੰਗ। ਉਧਰ ਸਿੰਚਾਈ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਲੰਘੀ ਰਾਤ ਜਲਾਲਾਬਾਦ ਅਤੇ ਫਜ਼ਿਲਕਾ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਹਨਾਂ ਨੇ ਹਲਕੇ ਦੀਆਂ ਨਹਿਰਾਂ ਦਾ ਨਿਰੀਖਣ ਕੀਤਾ ਤਾਂ ਜੋ ਨਜਾਇਜ਼ ਮੋਗੇ ਬਣਾ ਕੇ ਪਾਣੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਨੇ ਅਧਿਕਾਰੀਆਂ ਨੂੰ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਪਤਾ ਹੋਣਾ ਚਾਹੀਦਾ ਵੀ ਆਹ ਕੰਮ ਵੀ ਜਿਹੜਾ ਮੋਗਿਆਂ ਵਾਲਾ ਨਾ ਇਹਨਾਂ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਚਾਹੀਦਾ ਬਜਾਏ ਕਿ ਇਹ ਤਾਂ ਇਹਨਾਂ ਨੂੰ ਮੈਂ ਸੋਚਦਾ ਸੀ ਇਹਨਾਂ ਨੂੰ ਆਪਣੇ ਆਪ ਚਾਹੀਦਾ ਜਿਹੜਾ ਕੰਮ ਕਰ ਚੁੱਕਾ ਉਹਨੂੰ ਇੱਥੇ ਰੱਖ ਆਪ ਕਹਿੰਦੇ ਅਫਸਰਾਂ ਨੂੰ ਆਪਣੇ ਬੰਦੇ ਥੱਲੇ ਫੋਟੋ ਲਾਓ ਵੱਡੀਆਂ ਚਾਲਾਂ ਨੇ ਨਾ ਜੀ ਉਹਨਾਂ ਦਾ ਵਿਸ਼ਾਲ ਹੋਵੇ ਚਾਲ ਜਿਹੜੀ ਆਂਦੀ ਵਿੱਚ ਚਾਲੀਆਂ ਦੇਖੋ ਜੀ ਬੀੜ ਕੋਲ ਆਉਂਦੀ ਹੈ ਔਰ ਸਿੰਚਾਈ ਮੰਤਰੀ ਆਪਾਂ ਇਹਨੂੰ ਦੇਖਦੇ ਪਏ ਆ ਇਹਨਾਂ ਨੂੰ ਆਰਡਰ ਜਾਰੀ ਕਰ ਦਿੱਤੇ ਆ। ਠੀਕ ਹੈ ਸਰ ਤੁਸੀਂ ਨਿਸ਼ਚਿੰਤ ਰਹੀਓ ਅੱਗੇ ਨੂੰ ਇਦਾਂ ਦੇ ਕੰਮ ਨਹੀਂ ਹੋਊਗੇ। ਤੁਹਾਡੇ ਜਿਹੜੇ ਨੌਜਵਾਨ ਐਮਐਲਏ ਸਾਹਿਬਾਨ ਹੈ ਇਹ ਬਹੁਤ ਇਹ ਮੇਰੇ ਕੋ ਅੱਜ ਮੈਂ ਕਿਉਂ ਇਹ ਮੇਰੇ ਰੋਜ਼ ਦਫ਼ਤਰ ਹੁੰਦੇ ਵੀ ਆਓ ਚੱਲੀਏ ਇਹ ਮਾਨਯੋਗ ਮੁੱਖ ਮੰਤਰੀ ਜੀ ਨੇ ਭਗਵੰਤ ਮਾਨ ਜੀ ਨੇ ਵੀ ਕਿਹਾ ਵੀ ਤੁਸੀਂ ਇਲਾਕਾ ਜਾ ਕੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।